ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ। ਤਜ ਕਾਮ ਕਾਮਨੀ ਮੋਹ ਤਜੈ, ਤਾ ਅੰਜਨ ਮਹਿ ਨਿਰੰਜਨ ਪਾਵੈ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਉਥਾਨਕਾਂ ਮੁਤਾਬਕ ਦੱਸਦੇ ਹੈ ਕਿ ਇੱਕ ਦਿਨ ਸਿੱਖ ਸੰਗਤਾਂ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ, ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁਸਲਮਾਨਾਂ ਨੂੰ ਸੱਚੇ ਮੁਸਲਮਾਨ ਬਣਨ ਦਾ ਉਪਦੇਸ਼ ਦਿੱਤਾ, ਬਈ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ, ਇਸੇ ਤਰ੍ਹਾਂ ਹੀ ਤੁਸੀਂ ਵੀ ਕੁਝ ਬਖਸ਼ਿਸ਼ ਕਰੋ। ਹਿੰਦੂ ਜਿਹੜਾ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਿੱਖ ਨੂੰ ਕਿਹੋ ਜਿਹਾ ਹੋਣਾ ਚਾਹੀਦਾ। ਤਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੱਸਦੇ ਹਨ ਕਿ ਸਿੱਖ ਜਾਂ ਹਿੰਦੂ ਭਾਵ ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ। ਤਾਂ ਇਸ ਕਰਕੇ ਇਸ ਸ਼ਲੋਕ ਮਹੱਲੇ ਪਹਿਲੇ ਦੇ ਨਾਲ ਮਹੱਲਾ ਚੌਥੇ ਪਾਤਸ਼ਾਹ ਜੀ ਦਾ ਹੈ। ਔਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਿੱਖੋ ਉਸ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ, ਪਰਮੇਸ਼ਰ ਨੂੰ ਪਿਆਰ ਕਰਨ ਦੇ ਲਈ ਸਾਨੂੰ ਚਾਹੀਦਾ ਹੈ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਇਹਨਾਂ ਵਿਕਾਰਾਂ ਨੂੰ ਛੱਡ ਕਰਕੇ, ਤਿਆਗ ਕਰਕੇ, ਕਾਮ ਵਾਸ਼ਨਾ ਨੂੰ, ਕ੍ਰੋਧ ਨੂੰ, ਲੋਭ ਲਾਲਚ ਨੂੰ ਅਤੇ ਨਿੰਦਾ ਆਦਿ ਨੂੰ ਤਿਆਗ ਕੇ, ਮਾਇਆ ਦੇ ਮੋਹ ਨੂੰ ਛੱਡ ਕੇ, ਤਜ ਮਾਇਆ ਅਹੰਕਾਰ ਚੁਕਾਵੈ, ਤੇ ਆਪਣਾ ਹੰਕਾਰ ਤਿਆਗ ਕੇ। ਕੱਲ੍ਹ ਮੁਸਲਮਾਨ ਸ਼ਬਦ ਦਾ ਵੀ ਇਹੀ ਅਰਥ ਕੀਤਾ। ਪਾਤਸ਼ਾਹ ਜੀ ਕਹਿੰਦੇ ਆਪਣੇ ਮਾਣ ਨੂੰ ਮੁੱਸ ਕੇ, ਭਾਵ ਆਪਣੇ ਮਾਣ ਨੂੰ ਖਤਮ ਕਰਕੇ, ਲੈ ਕਰਕੇ ਉਸ ਪਰਮੇਸ਼ਰ ਵਿੱਚ ਮਿਲਣ ਦੀ ਕੋਸ਼ਿਸ਼ ਕਰੇ। ਉਸ ਪਰਮੇਸ਼ਰ ਦੇ ਅੱਵਲ ਔਲ ਦੀਨ ਕਰ ਮਿੱਠਾ, ਸਭ ਤੋਂ ਪਹਿਲਾ ਕੰਮ ਹੈ ਅੱਲਾਹ। ਪਰਮੇਸ਼ਰ ਨੂੰ ਮੰਨੇ ਤੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ, ਪਰਮੇਸ਼ਰ ਦੇ ਪਿਆਰਿਆਂ ਦੀ ਗੱਲ ਨੂੰ ਸਤ ਕਰਕੇ ਮੰਨੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਸਾਨੂੰ ਸਿੱਖ ਜਾਂ ਹਿੰਦੂ ਕਿਹੋ ਜਿਹਾ ਹੋਣਾ ਚਾਹੀਏ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ, ਇਹਨਾਂ ਤੋਂ ਉੱਚੇ ਉੱਠੇ। ਹੰਕਾਰ ਨੂੰ ਅੰਦਰੋਂ ਚੁਕਾ ਦੇਵੇ, ਖਤਮ ਕਰੇ। ਤਜ ਕਾਮ ਕਾਮਨੀ ਮੋਹ ਤਜੇ, ਹਿਰਦੇ ਦੇ ਅੰਦਰੋਂ ਕਾਮ ਵਾਸ਼ਨਾ ਦਾ ਫੁਰਨਾ ਖਤਮ ਕਰੇ। ਕਾਮਨੀ ਭਾਵ ਇਸਤਰੀ ਦੇ ਮੋਹ ਨੂੰ ਤਿਆਗੇ। ਤਾਂ ਅੰਜਨ ਮਾਹੇ ਨਿਰੰਜਨ ਪਾਵੈ, ਤਾਂ ਇਸ ਮਾਇਆ ਦੇ ਵਿੱਚੇ ਵਿਚਰਦਾ ਹੋਇਆ ਉਸ ਕਾਲਸ ਰਹਿਤ ਨਿਰੰਜਨ ਨੂੰ, ਜਿਸ ਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ, ਉਹਨੂੰ ਪ੍ਰਾਪਤ ਕੀਤਾ ਜਾ ਸਕਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਨਾ, ਗੁਰੂ ਨੂੰ ਮਿਲੋ, ਗੁਰੂ ਹੀ ਤੁਹਾਡਾ ਸਹੀ ਮਾਰਗ ਦਰਸ਼ਨ ਕਰ ਸਕਦਾ। ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ। ਉਹ ਜੁਗਤੀ ਫਿਰ ਗੁਰੂ ਹੀ ਬਣਾਉਂਦਾ ਹੈ। ਕਿਸ ਤਰ੍ਹਾਂ ਗ੍ਰਸਤੀ ਜੀਵਨ ਦੇ ਵਿੱਚ ਵਿਚਰਦੇ ਹਾਂ, ਗ੍ਰਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਕਿਸ ਤਰ੍ਹਾਂ ਇਹ ਮਨੁੱਖ ਜਿਹੜਾ ਹੈ ਉਸ ਪਰਮੇਸ਼ਰ ਦੇ ਵਿੱਚ ਮਿਲ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪਣੇ ਗ੍ਰਸਤੀ ਜੀਵਨ ਵਿੱਚ ਵਿਚਰਦਿਆਂ ਕਾਮ ਵਾਸ਼ਨਾ ਤੋਂ ਸੁਰਤੀ ਨੂੰ ਉੱਚਾ ਚੁੱਕੇ। ਤਜ ਕਾਮ ਕਾਮਨੀ ਮੋਹ, ਕਾਮ ਵਾਸ਼ਨਾ ਆਸ਼ਾ ਤ੍ਰਿਸ਼ਨਾ ਦਾ ਮੋਹ, ਕਾਮਨੀ ਇਸਤਰੀ ਦਾ ਮੋਹ, ਇਹਨਾਂ ਨੂੰ ਛੱਡ ਕੇ ਪਰਮਾਲਕ ਨਾਲ ਜੁੜੇ ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਅੰਜਨ ਕਹਿੰਦੇ ਆ ਕਾਲਸ ਨੂੰ, ਤੇ ਮਾਇਆ ਜਿਹੜੀ ਹੈ ਕਾਲ ਸਰੂਪ ਹੈ, ਜੀਵ ਨੂੰ ਅਨੇਕਾਂ ਕਾਲਸ ਲਾਉਂਦੀ ਹੈ। ਜਦੋਂ ਬੰਦਾ ਮਾਇਆ ਦੇ ਵਿੱਚ ਵਿਚਰਦਾ ਹੈ, ਮਾਇਆ ਮੋਹ ਮਮਤਾ ਦੇ ਵਿਕਾਰ ਇਹ ਸਾਰੇ ਮਾਇਆ ਦੇ ਹੀ ਪੈਰੋਕਾਰ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਜ ਮਾਇਆ ਅਹੰਕਾਰ ਚੁਕਾਵੈ, ਤੇ ਮਾਇਆ ਨੂੰ ਤਿਆਗ ਕੇ ਆਪਣੇ ਹੰਕਾਰ ਨੂੰ ਜਿਹੜਾ ਹੈ ਵੀ ਤਿਆਗ ਕਰਕੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨਾਲ ਜੁੜਨਾ ਕਰੇ। ਸ਼ੁੱਧ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਪਾਉਣ ਲਈ ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਤਾਂ ਇਸ ਸ੍ਰਿਸ਼ਟੀ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਸ ਨਿਰੰਜਨ ਜੋ ਰੰਗ ਰੂਪ ਤੋਂ ਰਹਿਤ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ, ਉਸ ਨੂੰ ਪਾਇਆ ਜਾ ਸਕਦਾ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਹੰਕਾਰ ਤਿਆਗ ਕੇ ਆਪਣਾ ਮਾਨ ਹੁੰਦਾ ਸਤਿਕਾਰ। ਦੁਨੀਆ ਸਤਿਕਾਰ ਕਰਦੀ ਆ, ਕਿਸੇ ਦੇ ਵਿੱਚ ਗੁਣ ਕੋਈ ਹੈ ਤੇ ਦੁਨੀਆ ਵਾਹ ਵਾਹ ਕਰਦੀ ਆ। ਪਾਤਸ਼ਾਹ ਕਹਿੰਦੇ ਉਸ ਵਾਹ ਵਾਹ ਦੇ ਮਗਰ ਵੀ ਨਹੀਂ ਜਾਣਾ। ਉਹ ਸਤਿਕਾਰ ਦਾ ਵੀ ਹੰਕਾਰ ਨਹੀਂ ਕਰਨਾ। ਹੰਕਾਰ ਐਸੀ ਚੀਜ਼ ਹੈ ਬੜੀ ਸੂਖਮ ਹੋ ਕੇ ਅੰਦਰ ਵੜ ਜਾਂਦੀ ਹੈ। ਸੂਖਮ ਤੋਂ ਸੂਖਮ ਹੋ ਕੇ ਪਰਮਾਣੂ ਦੀ ਨਿਆਈ ਬਰੀਕ ਤੋਂ ਬਰੀਕ ਹੋ ਕੇ ਮਨੁੱਖ ਦੇ ਅੰਦਰ ਚਲਿਆ ਜਾਂਦਾ ਹੈ। ਅਤੇ ਤੁਹਾਨੂੰ ਪਤਾ ਕਿ ਪਰਮਾਣੂ ਬੰਬ ਅੱਜ ਬਣਾਏ ਹੈ, ਅਤੇ ਇੱਕ ਬੰਬ ਪਰਮਾਣੂ ਦਾ ਕਿੰਨਾ ਖਤਰਨਾਕ ਹੈ। ਜਦ ਉਸ ਨੂੰ ਛੱਡਿਆ ਜਾਂਦਾ ਤੇ ਕਿਤਨੀ ਦੁਨੀਆ ਤਬਾਹ ਕਰ ਸਕਦਾ। ਇਸੇ ਤਰ੍ਹਾਂ ਇਹ ਜਿਹੜਾ ਹੰਕਾਰ ਹੈ ਪਰਮਾਣੂ ਦੀ ਨਿਆਈ ਬਰੀਕ ਜਿਹਾ ਹੋ ਕੇ ਮਨੁੱਖ ਵਿੱਚ ਲੁਕ ਜਾਂਦਾ ਹੈ, ਅਤੇ ਜਿੱਦੇ ਇਹਦਾ ਵਿਸਫੋਟ ਹੁੰਦਾ ਮਨੁੱਖ ਦੀ ਜ਼ਿੰਦਗੀ ਖਰਾਬ ਕਰ ਸਕਦਾ। ਬੜਾ ਸੂਖਮ ਹੋ ਕੇ ਮਨੁੱਖ ਦੇ ਅੰਦਰ ਚਲਿਆ ਜਾਂਦਾ। ਬੰਦੇ ਨੂੰ ਆਪਣੇ ਗੁਣਾਂ ਦਾ ਆਪਣੇ ਵਡਿਆਈਆਂ ਦਾ ਵੀ ਹੰਕਾਰ ਹੋ ਜਾਂਦਾ ਕਈ ਵਾਰੀ। ਇੱਕ ਜਾਨਵਰ ਹੈ ਫਸਲਾਂ ਦੇ ਵਿੱਚ, ਉਹਨੂੰ ਫਸਲੀ ਬਟੇਰਾ ਕਹਿੰਦੇ ਆ। ਜਿਸ ਵੇਲੇ ਫਸਲ ਹਰੇ ਰੰਗ ਦੀ ਹੁੰਦੀ ਹੈ, ਭਾਵ ਕੱਚੀ ਹੁੰਦੀ ਹੈ, ਹਰਿਆਲੀ ਹੁੰਦੀ ਹੈ, ਉਦੋਂ ਬਟੇਰੇ ਦਾ ਰੰਗ ਹਰਾ ਹੁੰਦਾ ਹੈ, ਫਸਲ ਵਿੱਚ ਲੁਕ ਜਾਂਦਾ ਹੈ। ਅਤੇ ਜਿਵੇਂ ਜਿਵੇਂ ਕਣਕਾਂ ਫਸਲਾਂ ਪੱਕ ਕੇ ਸੁਨਹਿਰੀ ਹੋ ਜਾਂਦੀਆਂ,
ਉਹ ਬਟੇਰੇ ਦੇ ਰੰਗ ਜਿਹੜੇ ਹਨ ਉਹ ਬਦਲ ਕੇ ਸੁਨਹਿਰੀ ਹੋ ਜਾਂਦੇ ਆ। ਇੱਦਾਂ ਹੀ ਜਿਹੜਾ ਮਾਣ ਹੰਕਾਰ ਹੈ ਨਾ, ਇਹ ਮਨੁੱਖ ਦੇ ਅੰਦਰ ਰੰਗ ਬਦਲਦਾ ਹੈ। ਅਤੇ ਧੰਨ ਧੰਨ ਸ਼੍ਰੀ ਗੁਰੂ ਚੌਥੇ ਪਾਤਸ਼ਾਹ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੇ ਆਪਣੇ ਜੀਵਨ 'ਤੇ ਹੰਢਾਇਆ ਵੀ ਆ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਜਵਾਈ ਹਨ, ਪਰ ਕੋਈ ਜਵਾਈਆਂ ਵਾਲਾ ਮਾਣ ਨਹੀਂ ਹੈ। ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਬਚਪਨ ਵਿੱਚ, ਸ਼ਾਦੀ ਕਰ ਦੇਣ ਤੋਂ ਬਾਅਦ ਵੀ ਉਸੇ ਤਰ੍ਹਾਂ ਦੇ ਹੀ ਰਹੇ। ਕੋਈ ਬਦਲਾਅ ਨਹੀਂ ਆਇਆ ਵੀ ਮੈਂ ਹੁਣ ਇਹਨਾਂ ਦਾ ਜਵਾਈ ਹਾਂ, ਮੈਂ ਕੋਈ ਟੋਕਰੀ ਚੱਕਾਂ। ਉਸੇ ਤਰ੍ਹਾਂ ਸੇਵਾ ਕਰਦੇ ਰਹੇ। ਭਾਵ ਗੁਰੂ ਤੋਂ, ਪਰਮੇਸ਼ਰ ਤੋਂ ਕੁਝ ਖੱਟਣ ਦੇ ਵਾਸਤੇ ਆਪਣੇ ਮਾਣ ਨੂੰ ਵੀ ਪਾਸੇ ਰੱਖ ਦਿਓ। ਹੰਕਾਰ, ਇੱਕ ਹੰਕਾਰ ਹੁੰਦਾ ਹੈ, ਉਸ ਨੂੰ ਵੀ ਪਾਸੇ ਰੱਖ ਦਿਓ। ਅਤੇ ਇੱਕ ਹੁੰਦਾ ਹੈ ਮਾਣ, ਭਾਵ ਸਤਿਕਾਰ, ਇਸ ਦਾ ਵੀ ਮਾਣ ਨਾ ਕਰੋ। ਤਜ ਮਾਣ ਅਭਿਮਾਨ ਪ੍ਰੀਤ ਸੁਤ ਦਾਰਾ। ਧੀਆਂ ਪੁੱਤਰਾਂ ਦੇ ਮੋਹ ਤੋਂ ਵੀ ਉੱਚੇ ਉੱਠੋ, ਇਸਤਰੀ ਦੇ ਮੋਹ ਤੋਂ ਵੀ ਉੱਚੇ ਉੱਠੋ, ਪੁੱਤਰਾਂ ਦੇ ਮੋਹ ਤੋਂ ਵੀ ਉੱਚੇ ਉੱਠੋ। ਤਜ ਪਿਆਸ ਅਤੇ ਗੁਰੂ ਪਿਆਰਿਓ, ਸੰਸਾਰ ਦੇ ਸਵਾਦਾਂ ਦੀ, ਪਦਾਰਥਾਂ ਦੀ ਪਿਆਸ, ਇੱਛਾ ਛੱਡ ਕੇ ਤਜ ਪਿਆਸ ਆਸ ਰਾਮ ਲਿਵ ਲਾਵੈ, ਅਤੇ ਪਰਮੇਸ਼ਰ ਦੇ ਨਾਲ ਜੁੜਨਾ ਕਰੇ। ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਕੇ ਚੱਤੋ ਪਹਿਰ 24 ਘੰਟੇ ਅਠੇ ਪਹਿਰ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਤਾਂ ਇਹ ਮਨੁੱਖ ਹਮੇਸ਼ਾ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜੇ। ਪਦਾਰਥਾਂ ਦੇ ਸਵਾਦਾਂ ਦੀ ਆਸ ਵੀ ਤਿਆਗ ਦੇਵੇ। ਪਦਾਰਥਾਂ ਦੇ ਖਾਣ ਪੀਣ ਦੀ ਪਿਆਸ ਨੂੰ ਛੱਡ ਕੇ ਆਸ ਰਾਮ ਲਿਵ ਲਾਵੈ, ਇੱਕੋ ਆਸ ਪਰਮੇਸ਼ਰ ਦੀ ਰੱਖ ਕੇ ਉਹਦੇ ਨਾਲ ਜੁੜਨਾ ਕਰੇ। ਐਸਾ ਸਿੱਖ, ਐਸਾ ਹਿੰਦੂ ਹੋਵੇ। ਪਿੱਛੇ ਦੱਸਿਆ ਸੀ ਮੁਸਲਮਾਨ ਕਿਹੋ ਜਿਹਾ ਹੋਵੇ। ਮੁਸਲਮਾਨ ਕਹਾਵਣ ਮੁਸ਼ਕਿਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਤਾਂ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੂੰ ਕਾਜੀ ਮੁਲਾ ਨੇ ਬੜੇ ਹੰਕਾਰ ਦੇ ਵਿੱਚ ਆਪਣੇ ਧਰਮ ਨੂੰ ਚੰਗਾ ਅਤੇ ਦੂਜਿਆਂ ਨੂੰ ਮਾੜਾ ਕਹਿੰਦੇ ਮਿਲੇ, ਤਾਂ ਉਹਨਾਂ ਨੂੰ ਗਿਆਨ ਦਿੱਤਾ ਕਿ ਇੱਦਾਂ ਤੁਸੀਂ ਮੁਸਲਮਾਨ ਨਹੀਂ ਬਣ ਸਕਦੇ ਜਿੰਨਾ ਚਿਰ ਆਪਣੇ ਹੰਕਾਰ ਨੂੰ ਕੱਟਦੇ ਨਹੀਂ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਸਾਰਿਆਂ ਵਿੱਚ ਹੀ ਪਰਮੇਸ਼ਰ ਵਸਦਾ ਹੈ। ਜਿਸ ਤਰ੍ਹਾਂ ਉਹ ਪੁੱਛਦੇ ਸਨ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਇੱਥੇ ਨਾ ਕੋਈ ਵੱਡਾ ਨਾ ਕੋਈ ਛੋਟਾ ਹੈ। ਇੱਥੇ ਵੱਡਾ ਉਹ ਹੈ ਜਿਹਦੇ ਸ਼ੁਭ ਕਰਮ ਹਨ, ਚੰਗੇ ਕੰਮ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਸਿੱਖ ਨੂੰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਹਿੰਦੂ ਨੂੰ ਇਹੋ ਜਿਹਾ ਹੋਣਾ ਚਾਹੀਦਾ। ਤਜ ਪਿਆਸ ਆਸ ਰਾਮ ਲਿਵ ਲਾਵੈ, ਨਾਨਕ ਸਾਚਾ ਮਨ ਵਸੈ। ਜਦੋਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਸੱਚਾ ਹਿਰਦੇ ਵਿੱਚ ਵਸ ਜਾਵੇ, ਸਾਚ ਸ਼ਬਦ ਹਰ ਨਾਮ ਸਮਾਵੈ। ਇਸ ਤਰ੍ਹਾਂ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਵਿੱਚ ਮਿਲ ਜਾਵੇਗਾ ਉਹਦੇ ਸ਼ਬਦ ਨਾਲ ਜੁੜ ਕੇ। ਕਿਉਂਕਿ ਸ਼ਬਦ ਹੀ ਸਾਨੂੰ ਲੈ ਕੇ ਜਾਂਦਾ, ਜਿੱਥੇ ਵੀ ਲੈ ਕੇ ਜਾਂਦਾ ਸ਼ਬਦ ਲੈ ਕੇ ਜਾਂਦਾ। ਤੁਸੀਂ ਘਰੋਂ ਚੱਲ ਕੇ ਗੁਰੂ ਘਰ ਪਹੁੰਚੇ ਹੋ ਅਤੇ ਹਾਜੀ ਰਤਨ ਸ਼ਬਦ ਤੁਹਾਨੂੰ ਇੱਥੇ ਲੈ ਕੇ ਆਇਆ। ਚਲੋ ਗੁਰਦੁਆਰਾ ਸਾਹਿਬ ਚੱਲਦੇ ਹਾਂ, ਤਾਂ ਤੁਸੀਂ ਹਾਜੀ ਰਤਨ ਸ਼ਬਦ ਦਾ ਧਿਆਨ ਧਰਿਆ ਅਤੇ ਇਸ ਗੁਰਦੁਆਰੇ ਪਹੁੰਚ ਗਏ। ਤਾਂ ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਜਿੱਥੇ ਵੀ ਜਾਂਦੇ ਆ, ਸਭ ਤੋਂ ਪਹਿਲਾਂ ਇੱਕ ਸ਼ਬਦ ਚੱਲਦਾ। ਇਸੇ ਨੂੰ ਬਾਬਾ ਜੀ ਨੇ ਲਿਖਿਆ, ਹੁਕਮੀ ਹੁਕਮ ਚਲਾਏ ਰਾਹੋ। ਸਾਨੂੰ ਹੁਕਮ ਲੈ ਕੇ ਜਾਂਦਾ। ਉਹ ਹੁਕਮ ਚਾਹੇ ਸਾਡੇ ਕੰਨ ਸੁਣਦੇ ਆ ਅਤੇ ਚਾਹੇ ਸਾਡੇ ਦਿਮਾਗ ਦੇ ਵਿੱਚ ਪੈਦਾ ਹੁੰਦਾ ਫੁਰਨਾ, ਉਹ ਹੁਕਮ ਹੀ ਸਾਨੂੰ ਸਾਰੇ ਪਾਸੇ ਤੋਰੀ ਫਿਰਦਾ ਹੈ। ਅਤੇ ਉਹ ਹੁਕਮ ਪਰਮੇਸ਼ਰ ਕੋਲੋਂ ਆ ਰਿਹਾ, ਜਿਸ ਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਬਿਗਸੈ ਬੇਪਰਵਾਹ। ਉਹ ਹੁਕਮੀ ਪਰਮੇਸ਼ਰ ਜਿਹੜਾ ਹੈ, ਹੁਕਮ ਦੇ ਨਾਲ ਹੀ ਸਾਨੂੰ ਚਲਾ ਰਿਹਾ ਹੈ। ਅਤੇ ਅਖੀਰ ਜਦ ਅਸੀਂ ਉਸ ਦੇ ਨਾਮ ਰੂਪੀ ਸ਼ਬਦ ਨਾਲ ਜੁੜਾਂਗੇ, ਵਾਹਿਗੁਰੂ ਮੰਤਰ, ਰਾਮ ਮੰਤਰ, ਅੱਲਾ ਆਦਿ ਆਦਿ, ਆਪੋ ਆਪਣੇ ਧਰਮ ਮੁਤਾਬਕ,
ਕਿਸੇ ਮੁਸਲਮਾਨ ਵੀਰ ਨੇ ਪੁੱਛਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿ ਤੁਹਾਡਾ ਧਰਮ ਚੰਗਾ ਕਿ ਸਾਡਾ ਚੰਗਾ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ, ਹਮਕੋ ਹਮਾਰਾ ਖੂਬ ਤੁਮਕੋ ਤੁਮਾਰਾ ਖੂਬ। ਤੁਹਾਡੇ ਵਾਸਤੇ ਤੁਹਾਨੂੰ ਤੁਹਾਡਾ ਧਰਮ ਚੰਗਾ ਹੈ, ਸਾਡੇ ਵਾਸਤੇ ਸਾਨੂੰ ਸਾਡਾ ਧਰਮ ਚੰਗਾ ਹੈ। ਅਸੀਂ ਆਪਣੇ ਧਰਮ ਵਿੱਚ ਕਾਇਮ ਰਹਾਂਗੇ, ਤੁਸੀਂ ਆਪਦੇ ਧਰਮ 'ਚ ਕਾਇਮ ਰਹੋ। ਨਾ ਅਸੀਂ ਤੁਹਾਨੂੰ ਮਾੜਾ ਕਹੀਏ, ਨਾ ਤੁਸੀਂ ਕਿਸੇ ਨੂੰ ਮਾੜਾ ਕਹੋ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸ਼ਬਦ ਜਿਹੜਾ ਹੈ ਨਾ, ਇਹੋ ਹੀ ਜੀਵ ਨੂੰ ਅਗਲੇ ਜਨਮ ਵਿੱਚ ਵੀ ਸ਼ਬਦ ਲੈ ਕੇ ਜਾਂਦਾ ਹੈ। ਅਕਾਲ ਪੁਰਖ ਨੇ ਐਸੀ ਰਚਨਾ ਰਚੀ ਹੈ, ਸ਼ਬਦ ਹੀ ਜੀਵ ਨੂੰ ਲਈ ਫਿਰਦਾ। ਜਿਹੋ ਜਿਹਾ ਸ਼ਬਦ ਭਾਵ ਫੁਰਨਾ ਦਿਮਾਗ ਦੇ ਵਿੱਚ ਆਉਂਦਾ ਮੌਤ ਵੇਲੇ, ਉਸੇ ਨੂੰ ਲਿਖਿਆ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਪਾਵੇ। ਇਸ ਨੂੰ ਲਿਖਿਆ ਵੀ ਜੋ ਅਰਦਾਸ ਕਰਦੇ ਹਾਂ, ਉਸ ਨੂੰ ਲਿਖਿਆ ਕੇਵਲ। ਇਹ ਮੌਤ ਵੇਲੇ ਜਦੋਂ ਸਾਡੇ ਅੰਦਰ ਕੋਈ ਖਿਆਲ ਆਉਂਦਾ, ਉਹ ਖਿਆਲ ਸਾਡੀ ਰੂਹ ਨੂੰ ਉੱਥੇ ਲੈ ਜਾਂਦਾ ਜਿੱਥੇ ਉਹ ਖਿਆਲ ਪੂਰਾ ਹੁੰਦਾ ਹੋਵੇ, ਕਿਉਂਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਸਾਡੀ ਇੱਛਾ ਪੂਰੀ ਹੁੰਦੀ ਆ। ਮਰਨ ਵੇਲੇ ਵੀ ਸਾਡੀ ਰੂਹ ਦੀ ਇੱਛਾ ਜਿਹੜੀ ਆ ਉਹ ਪਰਮੇਸ਼ਰ ਪੂਰੀ ਕਰਦਾ। ਜਿੱਥੇ ਉਹਦੀ ਇੱਛਾ, ਹੁਣ ਸਾਨੂੰ ਨਹੀਂ ਪਤਾ ਵੀ ਜਿਹੜੀ ਅਸੀਂ ਇੱਛਾ ਕਰ ਰਹੇ ਹਾਂ ਉਹ ਪੂਰੀ ਕਿਵੇਂ ਹੋਣੀ ਆ, ਕਿਉਂ ਪਰਮੇਸ਼ਰ ਖੁੱਲ੍ਹੇ ਗੱਫੇ ਦਿੰਦਾ, ਅਸੀਂ ਥੋੜ੍ਹਾ ਮੰਗਦੇ ਹਾਂ ਬਹੁਤਾ ਦਿੰਦਾ। ਦੇਂਦਾ ਦੇ ਲੈਂਦੇ ਥੱਕ ਪਾਹੇ। ਅਸੀਂ ਫੁਰਨਾ ਬਣਾ ਲਿਆ ਮਰਦੇ ਮਰਦੇ ਵੀ ਮੈਂ ਤਾਂ ਬੱਚੇ ਪਾਲਣੇ ਸੀ, ਹਜੇ ਮੇਰਾ ਕੀ ਬਣੂਗਾ। ਪਰਮੇਸ਼ਰ ਕਹਿੰਦੇ ਜੇ ਬੱਚੇ ਪਾਲਣੇ ਆ ਫਿਰ ਮਨੁੱਖ ਦੇ 2-4 ਐ ਤੇ ਸੂਰੀ ਦੇ 18 ਵੀ ਹੁੰਦੇ ਆ, ਤੈਨੂੰ ਸੂਰ ਬਣਾ ਦਿੰਦੇ ਆ, ਤੂੰ ਬੱਚੇ ਪਾਲ ਲਾ। ਪਰ ਸੂਰ ਬਣ ਤਾਂ ਕੋਈ ਤਿਆਰ ਨਹੀਂ ਨਾ। ਪਰ ਇਹਦਾ ਪਰਮੇਸ਼ਰ ਨੂੰ ਪਤਾ ਨਾ ਵੀ ਜਿਹੜੇ ਫੁਰਨੇ ਅਸੀਂ ਬਣਾਉਣੇ ਆ ਉਹ ਪੂਰੇ ਕਿੱਥੇ ਹੁੰਦੇ ਆ, ਉਹਨੇ ਉੱਥੇ ਪੂਰੇ ਕਰਨੇ ਆ। ਉਹ ਲੈ ਵੀ ਬੱਚਿਆਂ ਦਾ ਮੂੰਹ ਹੈ ਤੇ ਬੱਚੇ ਪਾਲ ਲਾ। ਤੇ ਪਾਤਸ਼ਾਹ ਕੀ ਕਹਿ ਰਹੇ ਨੇ, ਪਰਮੇਸ਼ਰ ਨੂੰ ਮਿਲਣ ਵਾਸਤੇ ਤਜ ਮਾਨ ਅਭਿਮਾਨ ਪ੍ਰੀਤ ਸੁੱਤ ਦਾਰਾ। ਧੀਆਂ ਪੁੱਤਰਾਂ ਦਾ, ਇਸਤਰੀ ਦੀ ਪ੍ਰੀਤੀ ਮੋਹ, ਇਹ ਤੋਂ ਉੱਚਾ ਉੱਠ। ਤਜ ਪਿਆਸ ਆਸ ਰਾਮ ਲਿਵ ਲਾਵੇ। ਤੇ ਜੇ ਤੂੰ ਆਖਰੀ ਵੇਲੇ ਸੋਚੇ ਪਰਮੇਸ਼ਰ ਹੁਣ ਤੈਨੂੰ ਮਿਲਣਾ ਹੈ, ਅੰਤ ਕਾਲ ਨਾਰਾਇਣ ਸਿਮਰੇ। ਵਾਹਿਗੁਰੂ ਵਾਹਿਗੁਰੂ ਕਰਦਾ ਜੇ ਸਰੀਰ ਨੂੰ ਤਿਆਗੇ ਤੇ ਫਿਰ ਉਹ ਰੂਹ ਜਿਹੜੀ ਹੈ ਪਰਮੇਸ਼ਰ ਵਿੱਚ ਮਿਲਦੀ ਹੈ। ਸਾਇੰਟੀਫਿਕ ਢੰਗ ਦੇ ਨਾਲ ਸਮਝਾਇਆ ਸਤਿਗੁਰੂ ਪਾਤਸ਼ਾਹ ਜੀ ਨੇ। ਇਹਨੂੰ ਸੰਸਾਰ 'ਤੇ ਲਾ ਕੇ ਦੇਖੋਗੇ ਤੇ ਉਹੀ ਅਰਥ ਨਿਕਲੇਗਾ, ਦਰਗਾਹ 'ਤੇ ਲਾ ਕੇ ਦੇਖੋਗੇ ਉੱਧਰ ਵੀ ਉਹੀ ਮਕਸਦ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੈ। ਇਹ ਸੱਚੇ ਸ਼ਬਦ ਨਾਲ ਜੁੜ ਕੇ ਜਦ ਜੀਵਨ ਬਤੀਤ ਕਰਾਂਗੇ ਤੇ ਜਦੋਂ ਸਰੀਰ ਛੱਡਾਂਗੇ, ਕਿਉਂਕਿ ਸਰੀਰ ਛੁੱਟਣਾ ਪਤਾ ਨਹੀਂ ਕਿੱਥੇ ਹੈ, ਜੇ ਸਾਨੂੰ ਆਦਤ ਪਈ ਹੋਵੇ ਤਾਂ ਫਿਰ ਉਹ ਆਦਤ ਆਟੋਮੈਟਿਕ ਹੀ ਕੰਮ ਕਰ ਜਾਂਦੀ ਹੈ। ਹੁਣ ਸਾਈਕਲ ਆ, ਜਦੋਂ ਆਪਾਂ ਸਿੱਖਿਆ ਸੀਗਾ ਕਿੰਨੇ ਵਾਰੀ ਡਿੱਗੇ, ਆਪਣੇ ਦਿਮਾਗ ਦੇ ਵਿੱਚ ਬੈਲੈਂਸ ਨਹੀਂ ਸੀਗਾ ਸਾਈਕਲ ਨੂੰ ਚਲਾਉਣ ਦਾ, ਕਿੰਨੇ ਵਾਰੀ ਡਿੱਗਦੇ ਸੀ। ਪਰ ਜਦੋਂ ਅਸੀਂ ਬੈਲੈਂਸ ਬਣ ਗਿਆ, ਸਾਡੇ ਦਿਮਾਗ ਦੇ ਵਿੱਚ ਗੱਲ ਬਹਿ ਗਈ ਤੇ ਫਿਰ ਉਸੇ ਸਾਈਕਲ ਨੂੰ ਅਸੀਂ ਹੱਥ ਛੱਡ ਕੇ ਵੀ ਚਲਾਈ ਜਾਂਦੇ ਹਾਂ। ਇਸੇ ਤਰ੍ਹਾਂ ਹੀ ਸ਼ੁਰੂ 'ਚ ਨਾਮ ਜਪਣਾ ਥੋੜ੍ਹਾ ਔਖਾ ਲੱਗਦਾ ਹੈ, ਪਰ ਹੌਲੀ ਹੌਲੀ ਇਹ ਦਿਮਾਗ ਵਿੱਚ ਬਹਿ ਜਾਂਦਾ, ਫਿਰ ਜਪਣਾ ਨਹੀਂ ਪੈਂਦਾ, ਆਪੇ ਹੀ ਚੱਲਦਾ, ਜਿਵੇਂ ਸਾਈਕਲ ਆਪੇ ਹੀ ਚੱਲਦਾ। ਫਿਰ ਜਦੋਂ ਆਪੇ ਚੱਲਦਾ, ਫਿਰ ਮੌਤ ਐਕਸੀਡੈਂਟ ਵਿੱਚ ਹੋਵੇ, ਮੌਤ ਕਿਤੇ ਵੀ ਹੋਵੇ, ਉਦੋਂ ਚੱਲਦਾ ਹੋਊਗਾ। ਜਦ ਚੱਲਦਾ ਹੋਊਗਾ, ਅੰਤ ਕਾਲ ਨਾਰਾਇਣ ਸਿਮਰੇ, ਅੰਤ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਹੋਵਾਂਗੇ ਕੁਦਰਤੀ, ਫਿਰ ਉਹ ਸੁਰਤ ਵਾਹਿਗੁਰੂ ਸ਼ਬਦ ਨਾਲ ਜੁੜ ਕੇ ਆਪਦੇ ਘਰੇ ਜਾਵੇਗੀ। ਕਬੀਰ ਸਾਹਿਬ ਜੀ ਕਹਿੰਦੇ ਸ਼ੁਰੂਆਤ ਕੀਤੀ ਨਾਮ ਜਪਣ ਤੋਂ, ਰਾਮ 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 ਰਾਮ, ਪਹਿਲਾਂ ਮਾਲਾ ਤੋਂ, ਫਿਰ ਮਾਲਾ ਸਮਾਪਤ ਹੋ ਗਈ, ਜ਼ੁਬਾਨ ਦੇ ਵਿੱਚ ਰਾਮ ਰਾਮ ਚੱਲਣ ਲੱਗ ਪਿਆ। ਕਬੀਰਾ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇੱਥੇ ਅਵਸਥਾ ਪਹੁੰਚ ਗਈ। ਇੱਥੋਂ ਫਿਰ ਅਗਲੀ ਤੀਜੀ ਅਵਸਥਾ ਪ੍ਰਾਪਤ ਹੋ ਗਈ। ਕਹਿੰਦੇ ਹੁਣ ਮੈਂ ਨਾ ਮੂੰਹ ਨਾਲ ਜਪਦਾ ਨਾ ਮਾਲਾ ਫੇਰਦਾ, ਮਾਲਾ ਫੇਰੂ ਨਾ ਹਰ ਭਜੂ, ਮੁਖ ਤੇ ਕਹੂੰ ਨਾ ਰਾਮ।
ਮੇਰਾ ਰਾਮ ਮੁਝ ਕੋ ਭਜੇ ਤਾਂ ਪਾਉ ਵਿਸ਼ਰਾਮ। ਹੁਣ ਮੇਰੀ ਸੁਰਤ ਵਿੱਚ ਆਪੀ ਰਾਮ ਰਾਮ ਚੱਲੀ ਜਾਂਦਾ, ਕਿਉਂਕਿ ਕੱਲ੍ਹ ਨੂੰ ਸਰੀਰ ਨੂੰ ਸੁਰਤ ਨਹੀਂ ਛੱਡਣਾ ਨਾ, ਜਿਹੜਾ ਬੋਲਦਾ ਉਹੀ ਵਿੱਚੋਂ ਨਿਕਲਣਾ। ਹੁਣ ਉਹਦੇ ਵਿੱਚ ਆਟੋਮੈਟਿਕ ਆਪੇ ਰਾਮ ਰਾਮ ਚੱਲ ਪਿਆ, ਵਾਹਿਗੁਰੂ ਵਾਹਿਗੁਰੂ ਚੱਲ ਪਿਆ, ਜੋ ਵੀ ਜਪਦੇ ਹੋਣਗੇ। ਉਸ ਵੇਲੇ ਰਾਮ ਸ਼ਬਦ ਦੀ ਬਹੁਤਾਤ ਸੀ। 10ਵੇਂ ਪਾਤਸ਼ਾਹ ਜੀ ਨੇ, ਗੁਰੂਆਂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਬਖਸ਼ਿਸ਼ ਕੀਤਾ। ਗੱਲ ਇੱਕੋ ਹੀ ਹੈ, ਉਸ ਦੇ ਬੇਅੰਤ ਨਾਮ ਹਨ। ਜਿਹੜੇ ਵੀ ਨਾਮ ਦੀ ਆਦਤ ਪੈ ਗਈ ਉਹ ਸੁਰਤ ਵਿੱਚ ਬਹਿ ਜਾਣਾ। ਜੇ ਬੱਚਿਆਂ ਨੂੰ ਮੋਹ ਦੀ ਆਦਤ ਪੈ ਗਈ ਫਿਰ ਬੱਚੇ ਸੁਰਤ 'ਚ ਬਹਿ ਜਾਣੇ ਆ। ਵਾਰਸ਼ਾਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਮਤੀ ਦਾਸ ਜੀ ਦੇ ਬੰਦ ਬੰਦ ਕੱਟੇ ਗਏ, ਪਰ ਪਰਮੇਸ਼ਰ ਨਹੀਂ ਵਿਸਰਿਆ। ਉਹਨਾਂ ਨੇ ਆਦਤ ਨਾਮ ਜਪਣ ਦੀ ਪਾਈ ਹੋਈ ਸੀ। ਆਪਣਾ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ, ਮਾਫ ਕਰਨਾ, ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ। ਮਤੀ ਦਾਸ ਜੀ ਨੂੰ ਚੀਰਿਆ ਗਿਆ। ਸਤੀ ਦਾਸ ਜੀ ਨੂੰ ਅੱਗ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਹੀ ਗਈ। ਚਰਖੜੀਆਂ ਤੇ ਚਾੜਿਆ ਗਿਆ, ਦੇਗਾਂ ਵਿੱਚ ਵਾਲਿਆ ਗਿਆ ਸਿੱਖਾਂ ਨੂੰ, ਸਿੰਘਾਂ ਨੂੰ। ਤਾਂ ਪਰ ਉਹਨਾਂ ਨੇ ਜੋ ਆਦਤ ਬਣਾ ਲਈ ਸੀ, ਆਦਤ ਪਕਾ ਲਈ ਸੀ, ਉਹ ਉਹਨਾਂ ਦੀ ਅੰਤ ਵੇਲੇ ਵੀ ਖਤਮ ਨਹੀਂ ਹੋਈ। ਜਿਸ ਵੇਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਜਲਾਦ ਬੰਦ ਬੰਦ ਕੱਟ ਕੇ ਆਪਦੀ ਮਰਜ਼ੀ ਦੇ ਨਾਲ ਸਜ਼ਾ ਦੇਣ ਲੱਗੇ, ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਗੁਰੂ ਪਿਆਰਿਓ ਹੱਥ ਫੜ ਕੇ ਲੱਕੜ 'ਤੇ ਰੱਖ ਲਿਆ, ਤੇ ਟੋਕਾ ਇੱਥੇ ਮਾਰਨ ਲੱਗਿਆ ਗੁੱਟ 'ਤੇ। ਤੇ ਭਾਈ ਸਾਹਿਬ ਜੀ ਕਹਿੰਦੇ ਠਹਿਰ ਜਾ, ਕਿਉਂ ਕੀ ਹੋ ਗਿਆ? ਤੇਰੇ ਮਾਲਕ ਦਾ ਹੁਕਮ ਕੀ ਹੈ? ਬੰਦ ਬੰਦ ਕੱਟਣੇ ਆ, ਬੰਦ ਬੰਦ ਕੱਟਣੇ ਆ, ਤੇ ਬੰਦ ਇੱਥੋਂ ਸ਼ੁਰੂ ਹੁੰਦੇ ਆ। ਤੂੰ ਸਿੱਧਾ ਗੁੱਟ ਵੱਢੀ ਜਾਂਦਾ, ਇੰਨੇ ਬੰਦ ਵਧਾਉਣ ਵਾਸਤੇ ਫਿਰ ਆਉਣਾ ਪਊਗਾ ਮੈਨੂੰ। ਤੂੰ ਇੱਥੋਂ ਸ਼ੁਰੂ ਕਰ। ਹੁਣ ਪਹਿਲਾਂ ਉਂਗਲ ਵੱਢ 3 ਵਾਰੀ, ਫਿਰ ਆਹ ਵੱਢ, ਫਿਰ ਆਹ ਵੱਢ। ਜਲਾਦ ਨੂੰ ਮੁੜਕ ਆਈ ਜਾਂਦਾ, ਭਾਈ ਮਨੀ ਸਿੰਘ ਜੀ ਵਢਾਈ ਜਾਂਦੇ ਆ ਬੈਠੇ, ਕੋ ਸਤਨਾਮ ਵੇਖਦੇ ਹੋਏ। ਭਾਵ ਇਹ ਕੀ ਹੈ? ਇਹ ਹੁਣ ਜਿਹੜਾ ਰੂਹ ਹੈ ਨਾ, ਜਿਹੜੀ ਸੁਰਤ ਹੈ, ਉਹ ਸ਼ਬਦ ਵਿੱਚ ਚਲੀ ਗਈ। ਹੁਣ ਇਸ ਨੂੰ ਵੱਢਣ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਉਸ ਨੂੰ। ਭਾਈ ਮਤੀ ਦਾਸ ਜੀ ਦੇ ਸੀਸ 'ਤੇ ਆਰਾ ਰੱਖਿਆ, ਤੇ ਜਲਾਦ ਨੂੰ ਕਹਿੰਦੇ ਹੌਲੀ ਚਲਾਈ। ਤੇ ਜਲਾਦ ਕਹਿੰਦਾ ਕੀ ਗੱਲ, ਘਬਰਾ ਗਿਆ? ਮੈਂ ਘਬਰਾਇਆ ਨਹੀਂ ਗਾ। ਤੇਰਾ ਆਰਾ ਚੱਲਦਾ ਹੋਇਆ ਮੇਰੀ ਜ਼ਬਾਨ ਨੂੰ ਕੱਟ ਜਾਵੇ, ਉਦੋਂ ਪਹਿਲਾਂ ਪਹਿਲਾਂ ਜਪਜੀ ਸਾਹਿਬ ਪੂਰਾ ਕਰਨਾ। ਤੇ ਸਾਹਮਣੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਬੈਠੇ ਹਨ, ਪਿੰਜਰੇ ਵਿੱਚ ਕੈਦ ਕੀਤਾ ਹੋਇਆ ਉਹਨਾਂ ਨੂੰ। ਸਾਹਮਣੇ ਕਿਉਂ ਰੱਖਿਆ ਲਿਆ ਕੇ ਪਿੰਜਰਾ? ਵੀ ਸ਼ਾਇਦ ਇਹ ਡਰ ਜਾਣਗੇ ਵੀ ਸਿੱਖਾਂ ਨੂੰ ਆਏ ਮਾਰਦੇ ਆ। ਤਾਂ ਪਰ ਡਰਨਾ ਕੀ ਸੀਗਾ? ਬਲਕਿ ਗੁਰੂ ਤੇਗ ਬਹਾਦਰ ਜੀ ਹੱਸ ਕੇ ਕਹਿੰਦੇ, ਵਾਹ ਮਤੀ ਦਾਸ, ਇਹਨੂੰ ਚਲਾਉਣ ਦੇ ਆਰਾ ਜਿਵੇਂ ਚਲਾਉਂਦਾ, ਤੇਰਾ ਪਾਠ ਮੈਂ ਪੂਰਾ ਕਰਾਊਂਗਾ। ਕਹੋ ਸਤਨਾਮ ਸ੍ਰੀ। ਤੋ ਜਲਾਦ ਨੇ ਆਰਾ ਚਲਾਇਆ। ਥੋੜ੍ਹੇ ਸਮੇਂ ਵਿੱਚ ਆਰਾ ਸਰੀਰ ਦੀਆਂ 2 ਫਾਕੜਾਂ ਕਰ ਗਿਆ, ਪਰ ਜਪਜੀ ਸਾਹਿਬ ਦਾ ਪਾਠ ਉਹਨਾਂ ਸਰੀਰ ਦੇ 2 ਹਿੱਸਿਆਂ 'ਚੋਂ ਰਹਿੰਦਾ ਪਾਠ ਪੂਰਾ ਹੋਇਆ। ਕਹੋ ਸਤਨਾਮ ਸ੍ਰੀ। ਕਿਉਂਕਿ ਹੁਣ ਉਹ ਬਾਣੀ ਉਹ ਜਿਹੜੀ ਹੈ ਰੋਮ ਰੋਮ ਵਿੱਚ ਵਸ ਚੁੱਕੀ ਸੀ। ਇਸ ਕਰਕੇ ਸਰੀਰ ਕੱਟੇ ਜਾਣ ਤੋਂ ਬਾਅਦ ਵੀ ਹਰਕਤ ਵਿੱਚ ਹੈ। ਬਾਬਾ ਦੀਪ ਸਿੰਘ ਜੀ ਨੇ ਕਿਤਨਾ ਸਿਮਰਨ ਕੀਤਾ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਕੀਤੇ ਸੀ, ਜਿਸ ਵੇਲੇ ਸਿੱਖਾਂ ਨੂੰ ਸਿਮਰਨ ਦੇ ਬਾਰੇ ਦੱਸਿਆ ਸੀ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਕੇ ਸੁਣਾਈ ਸੀ, ਦਮਦਮਾ ਸਾਹਿਬ ਤਲਵੰਡੀ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ 'ਚੋਂ ਇਹ ਬਚਨ ਹੋਏ ਸੀ। ਕਹਿੰਦੇ ਮਣੀ ਸਿੰਘ, ਜੇ ਤੇਰਾ ਬੰਦ ਬੰਦ ਵੀ ਕੱਟਿਆ ਜਾਵੇ ਤਾਂ ਨਾਮ ਨਹੀਂ ਵਿਸਰੂਗਾ। ਜਦੋਂ 48 ਸਿੰਘਾਂ ਨੇ ਸੰਪੂਰਨ ਕਥਾ ਸੁਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਕਥਾ ਸੰਪੂਰਨ ਹੋਈ, ਤੇ ਜਿਨ੍ਹਾਂ ਨੇ ਰੈਗੂਲਰ ਕਥਾ ਸੁਣੀ ਸੀ ਨਾ 48 ਜਣਿਆਂ ਨੇ, ਉਹ ਕਹਿੰਦੇ ਜੀ ਸਾਡਾ ਤਾਂ ਹੁਣ ਜਿਹੜਾ ਹੈ ਸੁੱਟ ਤਾਂ ਹੀ ਚੜ੍ਹ ਗਈ, ਸਾਨੂੰ ਸੰਸਾਰ ਦਿਸਦਾ ਹੀ ਨਹੀਂ, ਹੁਣ ਸਾਨੂੰ ਆਨੰਦ ਲੈਣ ਦਿਓ। ਮੁਹੱਬਾ ਜੀ ਕਹਿੰਦੇ ਆਨੰਦ ਲੈ ਲਓ, ਤੁਹਾਡਾ ਆਨੰਦ ਨਹੀਂ ਖਤਮ ਹੋਵੇਗਾ, ਪਰ ਮੈਂ ਕੁਝ ਸੋਥੋਂ ਕਾਰਜ ਵੀ ਕਰਾਉਣੇ ਹਨ। ਭਾਈ ਮਣੀ ਸਿੰਘ, ਜੇ ਤੇਰਾ ਬੰਦ ਬੰਦ ਵੀ ਕੱਟਿਆ ਜਾਵੇ ਤਾਂ ਵੀ ਤੇਰਾ ਨਾਮ ਨਹੀਂ ਵਿਸਰੇਗਾ। ਇਹ ਗੱਲ ਗੁਰੂ ਗੋਬਿੰਦ ਸਿੰਘ ਦੇ ਮੁਖ 'ਚੋਂ ਨਿਕਲੀ ਸੀ।
ਦਮਦਮਾ ਸਾਹਿਬ ਬੈਠੇ ਹਾਂ। ਜੇ ਤੇਰਾ ਬੰਦ ਵੀ ਕੱਟਿਆ ਗਿਆ ਤੈਨੂੰ ਨਾਮ ਨਹੀਂ ਵਿਸਰੂਗਾ। ਤੇ ਇਹੀ ਗੱਲ ਭਾਈ ਦੀਪ ਸਿੰਘ ਨੂੰ, ਬਾਬਾ ਦੀਪ ਸਿੰਘ ਨੂੰ ਕਹਿ ਦਿੱਤੀ ਸੀ। ਕਹਿੰਦੇ ਜੇ ਤੇਰਾ ਸੀਸ ਵੀ ਕੱਟਿਆ ਜਾਵੇ ਨਾ ਜੰਗ ਦੇ ਵਿੱਚ ਤਾਂ ਵੀ ਤੇਰਾ ਨਾਮ ਨਹੀਂ ਵਿਸਰੂਗਾ ਤੈਨੂੰ। ਤੇ ਇਹ ਦੋਨੇ ਘਟਨਾਵਾਂ ਘਟੀਆਂ। ਬਾਬਾ ਦੀਪ ਸਿੰਘ ਜੀ ਦਾ ਸੀਸ ਵੀ ਕੱਟਿਆ ਗਿਆ, ਫਿਰ ਵੀ ਨਾਮ ਨਹੀਂ ਵਿਸਰਿਆ ਅਤੇ ਉਹ ਸੀਸ ਯੁਦਾ ਹੋ ਕੇ ਵੀ ਉਸ ਧੜ ਨੇ ਸੀਸ ਨੂੰ ਚੱਕ ਕੇ ਆਪ ਜੰਗ ਕੀਤਾ। ਇਹ ਗੁਰੂ ਗੋਬਿੰਦ ਸਿੰਘ ਜੀ ਦੇ 2 ਬਚਨ ਹੋਏ ਸੀ ਦਮਦਮਾ ਸਾਹਿਬ ਜਦੋਂ ਕਥਾ ਸੰਪੂਰਨ ਹੋ ਗਈ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ। ਇਹ ਸ਼ਬਦ ਤੁਹਾਡੀ ਰੂਹ ਨੂੰ ਪਰਮੇਸ਼ਰ ਵੀ ਜਾ ਕੇ ਮਿਲਾ ਦੇਵੇਗਾ। ਪੌੜੀ ਅੱਗੇ ਪ੍ਰੀਤਮ ਕਹਿੰਦੇ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ। ਸਿੱਖੋ ਇੱਥੇ ਕਿਸੇ ਨੇ ਨਹੀਂ ਰਹਿਣਾਗਾ, ਨਾ ਰਾਜਿਆਂ ਨੇ ਰਹਿਣਾ ਨਾ ਪਰਜਾ ਨੇ ਰਹਿਣਾ। ਰਈਅਤ ਪਰਜਾ, ਸਿਕਦਾਰ ਹੁੰਦੇ ਨਾ ਹੇਠਲੇ ਮੁਲਾਜ਼ਮ, ਵਜ਼ੀਰ ਮੰਤਰੀ MLA ਥਾਣੇਦਾਰ ਸਿਪਾਹੀ ਆਦਿ ਆਦਿ। ਕਹਿੰਦੇ ਇਹਨਾਂ 'ਚੋਂ ਵੀ ਕਿਸੇ ਨੇ ਨਹੀਂ ਰਹਿਣਾਗਾ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪਟਨ ਬਾਜ਼ਾਰ ਹੁਕਮੀ ਢੈਸੀਓ। ਇਸ ਸਰੀਰ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਰਾਜਾ ਹੈ ਹੰਕਾਰ 5 ਵਿਕਾਰਾਂ ਦਾ। ਨਾ 5 ਵਿਕਾਰਾਂ ਦੇ ਇਸ ਰਾਜੇ ਨੇ ਰਹਿਣਾ। ਅਗਰ ਤੁਸੀਂ ਨਾਮ ਜਪੋਗੇ ਤਾਂ ਇਸ ਹੰਕਾਰ ਨੇ ਨਹੀਂ ਰਹਿਣਾ, ਮੋਹ ਨੇ ਖਤਮ ਹੋ ਜਾਣਾ। ਇਸ ਦੀ ਪਰਜਾ ਕਾਮ ਕ੍ਰੋਧ ਆਦਿ ਇਹ ਸਾਰੇ ਜਿਹੜੇ ਥਾਣੇਦਾਰ ਬਣੇ ਹੋਏ ਆ, ਕਾਲ ਦੇ ਪੈਰੋਕਾਰ ਸਾਡੇ ਸਰੀਰ ਦੇ ਅੰਦਰ ਵਸਦੇ ਆ, ਇਹਨਾਂ ਨੇ ਵੀ ਖਤਮ ਹੋ ਜਾਣਾ ਅਗਰ ਨਾਮ ਜਪੋਗੇ। ਨਾਮ ਨੇ ਇਹਨਾਂ ਨੂੰ ਖਤਮ ਕਰਨਾ ਹੈ, ਮੌਤ ਨੇ ਸ੍ਰਿਸ਼ਟੀ ਨੂੰ ਖਤਮ ਕਰਨਾ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਇਹਨਾਂ 'ਚੋਂ ਕਿਸੇ ਨੇ ਨਹੀਂ ਰਹਿਣਾਗਾ। ਹੱਟ ਪਟਨ ਬਾਜ਼ਾਰ, ਹੱਟ ਹੱਟੀਆਂ, ਪਟਨ ਸ਼ਹਿਰ, ਬਾਜ਼ਾਰ ਸ਼ਹਿਰ, ਸ਼ਹਿਰ ਦੇ ਵਿੱਚ ਬਾਜ਼ਾਰ, ਬਾਜ਼ਾਰ ਵਿੱਚ ਹੱਟੀਆਂ। ਇਹ ਸਭ ਕੁਝ ਖਤਮ ਹੋਣ ਵਾਲਾ ਹੈ। ਸਰੀਰ ਇੱਕ ਸ਼ਹਿਰ ਹੈ। ਇਹ ਸਰੀਰ ਰੂਪੀ ਸ਼ਹਿਰ ਦੇ ਵਿੱਚ, ਬਾਜ਼ਾਰ ਦੇ ਵਿੱਚ ਦੋਨੇ ਕੰਨ, ਦੋਨੇ ਅੱਖਾਂ, ਇਹ 9 ਗਿਆਨ ਇੰਦਰੇ, 5 ਕਰਮ ਇੰਦਰੇ, 5 ਗਿਆਨ ਇੰਦਰੇ, 9 ਦੁਆਰੇ ਜਿਹੜੇ ਹਨ ਇਹ ਹੱਟੀਆਂ ਹਨ। ਇਹ ਸਭ ਖਤਮ ਹੋ ਜਾਣੀ ਹੈ। ਸਰੀਰ ਵੀ ਖਤਮ ਹੋ ਜਾਣਾ ਹੈ। ਇਹਨਾਂ 'ਚੋਂ ਕਿਸੇ ਨੇ ਨਹੀਂ ਰਹਿਣਾ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਬਾਹਰਲੀਆਂ ਕੋਠੀਆਂ, ਬੰਕ ਹੁੰਦਾ ਸੁੰਦਰ ਮਹਿਲ, ਜਿਨ੍ਹਾਂ ਨੂੰ ਬੰਦਾ ਆਪਣੇ ਸਮਝਦਾ, ਜਿਨ੍ਹਾਂ ਨੂੰ ਬੰਦਾ ਆਪਣੇ ਸਮਝਦਾ ਹੈ। ਪਾਤਸ਼ਾਹ ਕਹਿੰਦੇ ਇਹ ਵੀ ਢਹਿ ਜਾਣੇ ਆ। ਆ ਜੰਗ ਲੱਗਿਆ ਰੂਸ ਤੇ ਦੂਸਰੇ ਦੇਸ਼ ਦਾ। ਰੂਸ ਆਪਣੇ ਹੰਕਾਰ ਦੇ ਵਿੱਚ ਹੈ ਕਿ ਮੈਂ ਇਹਨੂੰ ਤਬਾਹ ਕਰ ਦਿੱਤਾ, ਪਰ ਇੱਕ ਦਿਨ ਪਰਮੇਸ਼ਰ ਦਾ ਗੋਲਾ ਚੱਲਣਾ, ਰੂਸ ਨੇ ਵੀ ਤਬਾਹ ਹੋ ਜਾਣਾ। ਰਹਿਣਾ ਉਹਨਾਂ ਨੇ ਵੀ ਨਹੀਂ। ਕਹੋ ਸਤਨਾਮ ਸ੍ਰੀ, ਰਹਿਣਾ ਕਿਸੇ ਨੇ ਵੀ ਨਹੀਂ। ਪਾਤਸ਼ਾਹ ਜੀ ਕਹਿੰਦੇ ਵੱਡੇ ਵੱਡੇ ਰਾਜੇ ਰਾਣੇ, ਰਈਅਤ ਜਨਤਾ, ਕਿਸੇ ਨੇ ਨਹੀਂ ਰਹਿਣਾਗਾ। ਪੱਕੇ ਬੰਕ ਦੁਆਰ, ਬੰਕ ਹੁੰਦੀ ਆ ਸੁੰਦਰ, ਜਿਨ੍ਹਾਂ ਸੁੰਦਰ ਘਰਾਂ ਨੂੰ ਆਪਣੇ ਸਮਝਦਾ ਜਾਂ ਸੁੰਦਰ ਸਰੀਰ ਨੂੰ ਆਪਣਾ ਸਮਝਦਾ, ਇਹਨੇ ਵੀ ਨਹੀਂ ਰਹਿਣਾ। ਇਹਨੇ ਵੀ ਮਿੱਟੀ ਵਿੱਚ ਮਿਲ ਜਾਣਾ, ਕਿਉਂਕਿ ਸਮਝਣ ਵਾਲਾ ਕੋਈ ਹੋਰ ਹੈ। ਆਪਾਂ ਸਰੀਰ ਨੂੰ ਆਪਣਾ ਆਪਾਂ ਸਮਝਿਆ ਹੋਇਆ ਹੈ, ਲੇਕਿਨ ਸਰੀਰ ਵੀ ਇੱਕ ਕੋਠਾ ਹੈ। ਕਬੀਰ ਸਾਹਿਬ ਜੀ ਕਹਿੰਦੇ ਕੋਠ ਰਹਿ ਮੈਂ ਕੋਠੜੀ, ਪਰਮ ਕੋਠੀ ਵਿਚਾਰ। ਇਸ ਕੋਠੇ ਵਿੱਚ 72 ਕੋਠੀਆਂ। ਉਹਨਾਂ 72 ਕੋਠੀਆਂ ਵਿੱਚ ਇੱਕ ਸ਼੍ਰੋਮਣੀ ਕੋਠੀ ਹੈ, 10ਵਾਂ ਦੁਆਰ। ਕੋਠ ਰਹਿ ਮੈਂ ਕੋਠੜੀ, ਪਰਮ ਕੋਠੀ ਵਿਚਾਰ, ਗੁਰਦੀਨੀ ਵਸਤ ਕਬੀਰ ਕੋ। ਉਹ ਪਰਮ ਕੋਠੀ 10ਵੇਂ ਦੁਆਰ ਦੇ ਬਾਰੇ ਕਬੀਰ ਸਾਹਿਬ ਕਹਿੰਦੇ ਮੈਨੂੰ ਗੁਰੂ ਨੇ ਸਮਝਾਇਆ। ਗੁਰਦੀਨੀ ਵਸਤ ਕਬੀਰ ਕੋ, ਕਬੀਰਾ ਲੀਨ ਸੰਭਾਰ, ਕਬੀਰਾ ਦੀ ਸੰਸਾਰ ਕੋ। ਲੀਨੀ ਵਸਤ ਸੰਭਾਰ। ਤੇ ਫਿਰ ਕਬੀਰ ਸਾਹਿਬ ਨੇ ਦੁਨੀਆ ਨੂੰ ਦੱਸਣੀ ਚਾਹੀ ਉਹੀ ਗੱਲ ਜਿਹੜੀ ਉਹਨਾਂ ਨੂੰ ਗੁਰੂ ਕੋਲੋਂ ਪ੍ਰਾਪਤ ਹੋਈ ਸੀ, ਰਾਮਾਨੰਦ ਜੀ ਤੋਂ। ਕਬੀਰਾ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਪਰ ਉਹ ਫਿਰ ਉਹਨਾਂ ਨੇ ਲਈ ਜਿਨ੍ਹਾਂ ਦੇ ਵੱਡੇ ਭਾਗ ਸੀ ਮੱਥੇ ਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਸਿੱਖੋ, ਇਹ ਸੁੰਦਰ ਸਰੀਰ ਵੀ ਨਹੀਂ ਰਹਿਣਗੇ। ਮੂਰਖ ਜਾਣੇ ਆਪਣੇ, ਜਿਨ੍ਹਾਂ ਨੂੰ ਇਹ ਮੂਰਖ ਬੰਦਾ ਆਪਦੇ ਸਮਝਦਾ ਹੈ।
ਦਰਬ ਪਰੇ ਭੰਡਾਰ ਰੀਤੇ ਇੱਕ ਖਣੇ। ਜਿਸ ਮਨੁੱਖ ਦੇ ਕੋਲ ਬਹੁਤ ਸਾਰੀ ਮਾਇਆ ਹੈ, ਖਜ਼ਾਨੇ ਭਰੇ ਹੋਏ ਹਨ ਦਰਬ ਮਾਇਆ ਦੇ ਨਾਲ, ਇਹ ਮਾਇਆ ਵੀ ਖਤਮ ਹੋ ਜਾਣੀ ਹੈ। ਦਰਬ ਭਰੇ ਭੰਡਾਰ, ਮਾਇਆ ਦੇ ਭਰੇ ਭੰਡਾਰ ਵੀ ਖਤਮ ਹੋ ਜਾਣੇ ਹੈ। ਤੇ ਇਹ ਸਵਾਸ ਜੋ ਦਿੱਤੇ ਹਨ ਸਾਨੂੰ, ਇਹ ਵੀ ਇੱਕ ਦਿਨ ਖਤਮ ਹੋ ਜਾਣੇ ਆ। ਇੱਧਰ ਵੀ ਪੂੰਜੀ ਹੈ ਤੇ ਉੱਧਰ ਵੀ ਪੂੰਜੀ ਹੈ। ਫਿਰ ਮਹਾਰਾਜ ਰਹਿਣ ਵਾਲਾ ਕੌਣ ਹੈ? ਸਤਿਗੁਰੂ ਕਲੀਅਰ ਕਰਦੇ ਆ ਕੱਲੀ ਕੱਲੀ ਗੱਲ ਕਰਕੇ। ਰਹਿਣਾ ਕੀ ਹੈ ਅੱਗੇ ਜਾ ਕੇ ਦੱਸਣਗੇ। ਦਰਬ ਭਰੇ ਭੰਡਾਰ ਰੀਤੇ ਇੱਕ ਖਣੇ, ਮਾਇਆ ਦੇ ਭਰੇ ਖਜ਼ਾਨੇ ਖਤਮ ਹੋ ਜਾਣਗੇ ਇੱਕ ਛਿਣ ਵਿੱਚ। ਤਾਜੀ ਰਥ ਤੁਖਾਰ ਹਾਥੀ ਪਾਖਰੇ। ਤਾਜੀਆ ਇਹ ਮੋਢੇ ਤੇ ਚੱਕ ਕੇ ਪਾਲਕੀ ਜਦੋਂ ਚੱਲਦਾ ਉਹਨੂੰ ਤਾਜੀਆ ਕਹਿੰਦੇ ਆ। ਇਹ ਤਾਜੀਆ ਮੁਸਲਮਾਨ ਵੀਰ ਕੱਢਦੇ ਆ। ਆਪਾਂ ਪਾਲਕੀ ਵਿੱਚ ਬਿਠਾ ਕੇ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉੱਥੋਂ ਲੈ ਕੇ ਹਰਿਮੰਦਰ ਸਾਹਿਬ ਜਾਂਦੇ ਆ। ਇਸੇ ਤਰ੍ਹਾਂ ਦਾ ਮੁਸਲਮਾਨਾਂ ਦੀ ਇੱਕ ਰਸਮ ਹੈ ਤਾਜੀਆ ਕੱਢਣਾ। ਰੱਥਾਂ ਵਿੱਚ ਰਾਜੇ ਚੱਲਦੇ ਆ। ਇਸ ਤਰ੍ਹਾਂ ਤਾਜੀ ਰਥ ਤੁਖਾਰ ਕਹਿੰਦੇ, ਇਹ ਸਾਰੇ ਤੁਖਾਰ ਕਹਿੰਦੇ ਆ ਗੁਰੂ ਪਿਆਰਿਓ ਉੱਠ ਨੂੰ। ਹਾਥੀ ਪਾਖਰੇ, ਪਾਖਰੇ ਹੁੰਦੀਆਂ ਕਾਠੀਆਂ, ਘੋੜੇ ਦੀ ਕਾਠੀ ਕਹਿ ਦਿੰਦੇ ਆ। ਜਿਹੜਾ ਹਾਥੀ ਦੇ ਉੱਤੇ ਪਾਇਆ ਜਾਂਦਾ ਹੈ ਗੁਰੂ ਪਿਆਰਿਓ, ਉਸ ਨੂੰ ਹੌਦਾ ਕਹਿ ਦਿੰਦੇ ਆ। ਤੇ ਜਿਹੜਾ ਊਠ ਦੇ ਉੱਤੇ ਪਾਇਆ ਜਾਂਦਾ ਹੈ ਉਸ ਨੂੰ ਕੁਝ ਹੋਰ ਕਹਿੰਦੇ ਹਨ। ਅੰਬਾਰੀਆਂ, ਕਾਠੀਆਂ, ਪਾਖਰੇ, ਇਹ ਕਾਠੀਆਂ ਹਨ ਇਹਨਾਂ ਪਸ਼ੂਆਂ ਦੇ ਉੱਤੇ ਪਾਉਣ ਵਾਲੀਆਂ, ਘੋੜੇ ਤੇ, ਹਾਥੀ ਤੇ, ਊਠ ਤੇ। ਊਠ ਤੇ ਪਾਉਣ ਵਾਲੇ ਨੂੰ ਪਾਖਰਾ ਕਿਹਾ ਜਾਂਦਾ ਹੈ। ਉਹ ਪਾਖਰਾ ਊਠ ਉੱਤੇ ਰੱਖਿਆ ਜਾਂਦਾ ਹੈ, ਨਹੀਂ ਤਾਂ ਬੰਦਾ ਉਸ ਤੋਂ ਡਿੱਗ ਪਵੇ, ਕਿਉਂਕਿ ਊਠ ਜੀ ਬਿੰਗਾ ਟੇਢਾ ਜਾਏ। ਤੋ ਪਾਖਰੇ ਰੂਪ ਕਾਠੀ ਨੂੰ ਧਰ ਕੇ ਉਹਦੇ 'ਤੇ ਦੋ ਬੰਦੇ ਸੌਖੇ ਬਹਿ ਜਾਂਦੇ ਆ। ਊਠ ਜਿੰਨਾ ਮਰਜ਼ੀ ਭੱਜੇ ਫਿਰ ਬੰਦਾ ਡਿੱਗਦਾ ਨਹੀਂ। ਤਾਂ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਇਹ ਊਠ ਸਮੇਤ ਪਾਖਰਿਆਂ ਦੇ, ਹਾਥੀ ਸਮੇਤ ਹੌਦਿਆਂ ਦੇ ਤੇ ਘੋੜੇ ਸਮੇਤ ਕਾਠੀਆਂ ਦੇ, ਇਹ ਸਭ ਕੁਝ ਇੱਕ ਦਿਨ ਖਤਮ ਹੋ ਜਾਣਾ। ਇਹ ਰਹਿਣੇ ਨਹੀਂ। ਤਾਜੀ ਰਥ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿੱਥੈ ਸੇ ਆਪਣੇ। ਜਿਹੜੇ ਲੋਕ ਇਹਨਾਂ ਬਾਗਾਂ ਨੂੰ, ਇਸ ਮਾਇਆ ਨੂੰ, ਇਸ ਪੂੰਜੀ ਨੂੰ ਆਪਣੇ ਸਮਝਦੇ ਸੀ, ਉਹ ਅੱਜ ਕਿੱਥੇ ਨੇ? ਸਿਕੰਦਰ ਵਰਗੇ ਰਾਵਣ ਜੀ ਦੀ ਲੰਕਾ ਸੋਨੇ ਦੀ ਸੀ। ਲੰਕਾਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਹ ਸਭ ਖਤਮ ਹੋਣ ਵਾਲਾ ਹੈ। ਹੋਰ ਚੱਲੋ ਅੱਗੇ। ਬਾਗ ਮਿਲ ਘਰ ਬਾਰ ਕਿੱਥੇ ਸੀ ਆਪਣੇ। ਜਿਹੜੇ ਇਹਨਾਂ ਨੂੰ ਆਪਣੇ ਕਹਿੰਦੇ ਸੀ ਉਹ ਕਿੱਥੇ ਨੇ ਅੱਜ? ਤੰਬੂ ਪਲੰਗ ਨਿਵਾਰ ਸਰਾਏ ਚੇ ਲਾਲਤੀ। ਤੰਬੂ ਨਵਾਰ ਦੇ ਪਲੰਗ, ਅੱਜ ਤਾਂ ਪਲਾਈ ਲਾਤੀ ਨਾ, ਪਹਿਲਾਂ ਪਲੰਗ ਨੂੰ ਨਵਾਰ ਨਾਲ ਬੁਣਿਆ ਜਾਂਦਾ ਸੀਗਾ। ਤੋ ਨਵਾਰ ਦੇ ਪਲੰਗ, ਨਵਾਰੀ ਪਲੰਗ, ਤੰਬੂ ਸਰਾਇਚੇ, ਸਰਾਵਾਂ ਦੇ ਵਿੱਚ। ਪਹਿਲਾਂ ਧਰਮਸ਼ਾਲਾਵਾਂ ਹੁੰਦੀਆਂ ਸੀ, ਸਰਾਵਾਂ ਹੁੰਦੀਆਂ ਸੀ, ਤੇ ਸਰਾਵਾਂ ਵਿੱਚ ਗੁਰੂ ਪਿਆਰੋ ਤੰਬੂ ਲਾਏ ਜਾਂਦੇ ਸੀਗੇ। ਰੇਸ਼ਮੀ ਕੱਪੜਿਆਂ ਦੀਆਂ ਕਨਾਤਾਂ ਬਣਾ ਕੇ ਡਿਜ਼ਾਈਨਦਾਰ ਲਾਈਆਂ ਜਾਂਦੀਆਂ ਸੀ। ਬਾਬਾ ਜੀ ਕਹਿੰਦੇ ਇਹ ਵੀ ਸਭ ਖਤਮ ਹੋ ਜਾਣਗੀਆਂ, ਕੁਛ ਨਹੀਂ ਰਹਿਣਾ ਦੁਨੀਆ 'ਤੇ, ਇਹ ਸਭ ਖਤਮ ਹੋਣ ਵਾਲਾ ਹੈ। ਤੰਬੂ ਪਲੰਗ ਨਿਵਾਰ ਸਰਾਏ ਚੇ ਲਾਲਤੀ। ਤੰਬੂ ਨਵਾਰੀ ਪਲੰਗ, ਰੇਸ਼ਮੀ ਕੱਪੜੇ ਨਾਲ ਬਣਾਈਆਂ ਬਸਤਰਾਂ, ਕਨਾਤਾਂ, ਤੰਬੂ ਸਭ ਇੱਥੇ ਹੀ ਰਹਿ ਜਾਣਗੇ, ਇੱਥੇ ਹੀ ਖਤਮ ਹੋ ਜਾਣਗੇ। ਫਿਰ ਮਹਾਰਾਜ ਕੀ ਰਹੂਗਾ? ਕਹਿੰਦੇ ਇੱਕ ਰਹੂਗਾ, ਨਾਨਕ ਸੱਚ ਦਾਤਾਰ। ਕੇਵਲ ਪਰਮੇਸ਼ਰ ਰਹਿਣ ਵਾਲਾ ਹੈ। ਸ਼ਨਾਖਤ ਕੁਦਰਤੀ, ਉਹਦੀ ਕੁਦਰਤ ਰਹੂਗੀ, ਕਿਉਂਕਿ ਕੁਦਰਤ ਦੇ ਵਿੱਚੋਂ ਵਸਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ। ਇੱਕ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ ਹੈ। ਪਰਮੇਸ਼ਰ ਦੀ ਇਹ ਕਾਇਨਾਤ ਕੁਦਰਤ ਇਹ ਰਹੂਗੀ। ਉਹ ਇਹਨੂੰ ਬਣਾਉਂਦਾ ਤੇ ਢਾਉਂਦਾ ਰਹਿੰਦਾ ਹੈ। ਤੇ ਜਿਹੜਾ ਮਨੁੱਖ ਹੰਕਾਰ ਕਰਦਾ, ਮੈਂ ਵਰਗਾ ਕੋਈ ਨਹੀਂ, ਮੈਂ ਬਹੁਤ ਕੁਝ ਹਾਂ,
ਵੱਡੇ ਵੱਡੇ ਰਾਜੇ ਸਿਕੰਦਰ ਵਰਗੇ ਵੀ ਦੁਨੀਆ ਵਿੱਚੋਂ ਧੀਂਗ ਤੋਂ ਧੀਂਗ ਦੁਨੀਆ ਹੋਈ ਆ। ਇਹ ਸ਼ਬਦ ਹੈ ਧੀਂਗ ਤੋਂ ਧੀਂਗ ਮਾਲਵੇ ਦਾ ਭਾਵ ਪਰੇ ਤੋਂ ਪਰੇ, ਵੱਡੇ ਤੋਂ ਵੱਡੇ ਦੁਨੀਆ ਵਿੱਚ ਹੋ ਕੇ ਚਲੇ ਗਏ, ਰਹਿੰਦਾ ਕੋਈ ਨਹੀਂ ਹਮੇਸ਼ਾ। ਇਹ ਦੁਨੀਆ ਆਉਣ ਜਾਣ ਦੀ ਸਰਾਂ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਇੱਕ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ ਹੈ, ਉਹਦੀ ਸ਼ਨਾਖਤ ਉਹਦੀ ਪਹਿਚਾਣ ਇਹ ਕੁਦਰਤ ਹੈ, ਇਹ ਸ੍ਰਿਸ਼ਟੀ ਹੈ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਇसी ਪਵਿੱਤਰ ਸ਼ਬਦ ਦੀ ਵਿਚਾਰ ਅਗਲਾ ਸ਼ਬਦ ਆਰੰਭ ਹੁੰਦਾ ਹੈ। ਸ਼ਲੋਕ ਮਹੱਲਾ ਪਹਿਲਾ। ਨਦੀਆਂ ਹੋਵੇ ਧੇਨਵਾ ਸੁਮ ਹੋਵੇ ਦੁੱਧ ਘੀਓ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਦੀਆਂ ਗਊਆਂ ਹੋ ਜਾਣ, ਨਦੀਆਂ ਹੋਵੇ ਧੇਨਵਾ, ਜਿਵੇਂ ਗਊਆਂ ਦੁੱਧ ਦਿੰਦੀਆਂ, ਸਾਰੀਆਂ ਨਦੀਆਂ ਦੇ ਵਿੱਚ ਦੁੱਧ ਬਣ ਜਾਵੇ। ਸੁਮ ਹੋਵੇ ਦੁੱਧ ਘੀਓ, ਜਿਹੜੇ ਸਮੁੰਦਰ ਪਾਣੀ ਦੀ ਹੈ ਸਾਰੇ ਦੁੱਧ ਘਿਓ ਦੇ ਭਰ ਜਾਣ। ਸਗਲੀ ਧਰਤੀ ਸ਼ੱਕਰ ਹੋਵੇ, ਜਿਹੜੀ ਆ ਧਰਤੀ ਤੇ ਮਿੱਟੀ ਹੈ ਸਾਰੀ ਖਾਣ ਵਾਲੀ ਮਠਿਆਈ ਬਣ ਜਾਵੇ। ਖੁਸ਼ੀ ਕਰੇ ਨਿਤ ਜੀਓ, ਤੇ ਬੰਦੇ ਕੋਲ ਇੰਨੀਆਂ ਵਸਤੂਆਂ ਹੋ ਜਾਣ। ਪਰਬਤ ਸੋਇਨਾ ਰੂਪਾ ਹੋਵੇ, ਹੀਰੇ ਲਾਲ ਜਲਾਓ, ਉਹ ਪਹਾੜ ਜਿਹੜੇ ਹਨ ਹੀਰੇ ਜਵਾਹਰਾਤਾਂ ਦੇ ਬਣ ਜਾਣ, ਲਾਲਾਂ ਦੇ ਬਣ ਜਾਣ। ਜੇ ਮੇਰੇ ਕੋਲ ਇੰਨਾ ਕੁਛ ਵੀ ਹੋਵੇ, ਮਹਾਰਾਜ ਕਿਰਪਾ ਕਰੀ ਮੈਂ ਤੈਨੂੰ ਭੁੱਲਾਂ ਨਾ। ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ। ਜੇ ਮੇਰੇ ਕੋਲ ਇੰਨਾ ਸਮਾਨ ਵੀ ਹੋਵੇ ਪਰ ਫਿਰ ਵੀ ਮੈਂ ਤੈਨੂੰ ਵਿਸਾਰਾਂ ਨਾ, ਕਿਉਂਕਿ ਕਈ ਵਾਰੀ ਮਨੁੱਖ ਗਰੀਬੀ ਦੇ ਵਿੱਚ ਦੁੱਖਾਂ ਵੀ ਯਾਦ ਕਰਦਾ, ਸੁੱਖਾਂ ਵੀ ਜਾ ਕੇ ਭੁੱਲ ਜਾਂਦਾ। ਪਰ ਬਾਬਾ ਨਾਨਕ ਕਹਿੰਦੇ ਜੇ ਇੰਨਾ ਕੁਝ ਮੈਨੂੰ ਤੂੰ ਦੇ ਦੇਵੇਂ, ਮੇਰੇ ਵਾਸਤੇ ਦੁਨੀਆ ਦੇ ਵਿੱਚ ਹਰ ਚੀਜ਼ ਦੇ ਦੇਵੇਂ, ਸਮੁੰਦਰਾਂ ਨੂੰ ਤੂੰ ਦੁੱਧ ਘਿਓ ਦੇ ਬਣਾ ਦੇਵੇਂ, ਨਦੀਆਂ ਨੂੰ ਦੁੱਧ ਦੀਆਂ ਭਰ ਦੇਵੇਂ, ਪਹਾੜਾਂ ਨੂੰ ਹੀਰੇ ਜਵਾਹਰ ਬਣਾ ਦੇਵੇਂ, ਇਹ ਧਰਤੀ 'ਤੇ ਮਿੱਟੀ ਦੀ ਬਜਾਏ ਮਠਿਆਈਆਂ ਸ਼ੱਕਰ ਗੁੜ ਪੈਦਾ ਹੋ ਜਾਵੇ ਸਾਰਾ ਹੀ। ਪਰ ਕਿਰਪਾ ਕਰੀ ਮੈਂ ਤੈਨੂੰ ਭੁੱਲਾਂ ਨਾ, ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ। ਖੈਰ ਇਹ ਸ਼ਬਦ ਦੇ ਵਿਚਾਰ ਆਪਾਂ ਫਿਰ ਸਰਵਣ ਕਰਾਂਗੇ। ਗੁਰੂ ਕਿਰਪਾ ਕਰਨ ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।